ਸਰਬੰਸ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੰਸ ਜੀ, ਹਾਂਜੀ। ਕੀ ਹਾਲ ਚਾਲ? ਵਾਹਿਗੁਰੂ ਦਾ ਸ਼ੁਕਰ ਹੈ। ਹਰ ਕਾ ਨਾਮ ਧਿਆਏ ਗਏ ਖੂਬ ਹਰਿਆ ਪਾਈ, ਕਰਮ ਲਿਖਨ ਤੈ ਪਾਈ ਹੈ ਇਹ ਰੁੱਤ ਸੁਹਾਈ। ਮਨ ਤ੍ਰਿਨ ਤੇ ਭਵਨ ਮੋਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ। ਨਾਨਕ ਸਿਮਰ ਗਏ ਨਿਤ ਨਵਾਂ ਨਿਰੂਆ, ਦਿਨ ਰੈਨ ਨਾਮ ਧਿਆਏ ਦਾ ਫਿਰ ਪਾਏ ਨਾ ਮੁਆ। ਜਿਸ ਤੇ ਉਪਜੈ ਨਾਨਕਾ ਸੋਈ ਫਿਰ ਹੁਆ, ਤਿੱਥੋਂ ਉਪਜੈ ਕਹਿ ਰਹੇ ਕਹਿ ਮਾਹੇ ਸਮਾਵੇ। ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਿੱਖੀ ਦਾ ਮੁੱਖ ਧਾਰਮਿਕ ਕੇਂਦਰੀ ਸਥਾਨ ਹੈ। ਇਸ ਦੀ ਨੀਂਹ ਸਾਈਂ ਮੀਰ ਵੀਰ ਜੀ 1599 ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਵੀਰ ਦਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਅਤੇ ਬਾਬਾ ਬੁੱਢਾ ਜੀ ਇਸ ਦੇ ਪਹਿਲੇ ਗ੍ਰੰਥੀ ਥਾਪੇ ਗਏ। ਇੱਥੇ ਅੱਠੇ ਪੈਰ ਕੀਰਤਨ। ਪੰਜਾਬੀ ਮਾਂ ਬੋਲੀ ਦਿਨੋਂ ਦਿਨ ਅਲੋਪ ਹੋਈ ਜਾ ਰਹੀ ਹੈ। ਇਸ ਨੂੰ ਸੰਭਾਲ ਕੇ ਰੱਖਣ ਲਈ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਰਹੀਆਂ ਤੇ ਇਸ ਨੂੰ ਸੰਭਾਲਣ ਵਾਸਤੇ ਜਾਂ ਇਸ ਦੀ ਨਵੀਂ ਤੇ ਨਵੇਕਲੀ ਪਹਿਲ ਕਰਨ ਵਾਲੇ ਉਸ ਸ਼ਖਸ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਇੱਕ ਪੰਜਾਬੀ ਬੋਲਣ ਵਾਲਾ ਰੋਬੋਟ ਤਿਆਰ ਕੀਤਾ ਹੈ। ਸਾਡੇ ਨਾਲ ਇਸ ਟਾਈਮ ਮੌਜੂਦ ਨੇ ਹਰਜੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਉਹਨਾਂ ਨੇ ਜਿਹੜਾ ਰੋਬੋਟ ਤਿਆਰ ਕੀਤਾ ਕੀ ਸੋਚਿਆ ਇਸ ਰੋਬੋਟ ਨੂੰ ਤਿਆਰ ਕਰਨ ਵੇਲੇ। ਪਹਿਲਾਂ ਤਾਂ ਆਪਾਂ ਸਵਾਗਤ ਕਰਾਂਗੇ ਹਰਜੀਤ ਸਿੰਘ ਜਾਂ ਅਜੀਤ ਵੈਬ ਟੀਵੀ ਦੇ ਵਿੱਚ। ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਅਜੀਤ ਟੀਵੀ ਵਿੱਚ। ਬਹੁਤ ਬਹੁਤ ਧੰਨਵਾਦ ਆ ਜੀ। ਅਜੀਤ ਅਦਾਰੇ ਦਾ ਵਿਸ਼ੇਸ਼ ਤੌਰ 'ਤੇ ਇਸ ਕਰਕੇ ਵੀ ਧੰਨਵਾਦ ਆ ਕਿ ਇਸ ਵਾਰ ਉਹਨਾਂ ਨੇ ਸਰਬੰਸ ਕੌਰ ਨੂੰ ਆਪਣੇ ਸੰਪਾਦਕੀ ਪੇਜ ਦੇ ਉੱਤੇ ਵਿਸ਼ੇਸ਼ ਥਾਂ ਦੇ ਕੇ ਦੁਨੀਆ ਦੇ ਅੱਗੇ ਰੂਬਰੂ ਕਰਾਇਆ ਜੀ। ਬਹੁਤ ਬਹੁਤ ਧੰਨਵਾਦ। ਪੰਜਾਬੀ ਮਾਂ ਬੋਲੀ ਬੋਲਣ ਵਾਲਾ ਇਹ ਰੋਬੋਟ ਤਿਆਰ ਕਰਨ ਦਾ ਕੀ ਕਾਰਨ ਰਿਹਾ ਜੀ? ਸ਼ੁਰੂ ਤੋਂ ਹੀ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰਾ ਝੁਕਾਅ ਜਿਹੜਾ ਉਹ ਪੰਜਾਬੀ ਬੋਲੀ, ਪੰਜਾਬ ਅਤੇ ਪੰਜਾਬੀਅਤ ਨਾਲ ਰਿਹਾ ਜੀ। ਮੇਰੇ ਮਨ ਵਿੱਚ ਸੀ ਕਿ ਆਪਣੀ ਮਾਂ ਬੋਲੀ ਵਾਸਤੇ ਮੈਂ ਕੁਛ ਵਿਸ਼ੇਸ਼ ਉਪਰਾਲਾ ਕਰਾਂ। ਮੇਰਾ ਕਿੱਤਾ ਜਿਹੜਾ ਉਹ ਅਧਿਆਪਕ ਦਾ ਅਤੇ ਕੰਪਿਊਟਰ ਵਿਸ਼ੇ ਦੇ ਨਾਲ ਜੁੜੇ ਹੋਣ ਕਰਕੇ ਇਹ ਮੇਰੇ ਮਨ ਵਿੱਚ ਇਹ ਖਿਆਲ ਸੀ ਕਿ ਮੈਂ ਕੁਛ ਐਸਾ ਵਿਸ਼ੇਸ਼ ਆਪਣੀ ਮਾਂ ਬੋਲੀ ਵਾਸਤੇ ਉਪਰਾਲਾ ਕਰਾਂ ਜਿਹੜਾ ਕਿ ਮਾਂ ਬੋਲੀ ਪੰਜਾਬੀ ਨੂੰ ਇਸ ਖੇਤਰ ਦੇ ਵਿੱਚ ਬਾਕੀ ਭਾਸ਼ਾਵਾਂ ਦੇ ਨਾਲ ਮੋਢਾ ਜੋੜ ਕੇ ਅੱਗੇ ਲੈ ਕੇ ਆਵੇ ਜੀ। ਕਿਸ ਤੋਂ ਪ੍ਰੇਰਿਤ ਹੋ ਕੇ ਤੁਸੀਂ ਇਹ ਨਵੇਕਲੀ ਪਹਿਲ ਕੀਤੀ ਹੈਗੀ ਹੈ ਇਸ ਰੋਬੋਟ ਬਣਾਉਣ ਦੇ ਵਿੱਚ? ਇਹ ਕਾਫੀ ਦੇਰ ਪਹਿਲਾਂ ਜੀ ਸੁਰਜੀਤ ਪਾਤਰ ਹੋਣਾ ਦੀ ਇੱਕ ਕਵਿਤਾ ਪੜ੍ਹੀ ਸੀਗੀ, ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਵਾਕ ਵਾਕ। ਉਸ ਰਚਨਾ ਨੇ ਮੇਰੇ ਮਨ ਨੂੰ ਅੰਦਰੋਂ ਝੰਜੋੜਿਆ ਕਿ ਮੇਰੀ ਮਾਂ ਬੋਲੀ ਵਾਸਤੇ ਵੀ ਐਸੇ ਸ਼ਬਦ ਲਿਖੇ ਜਾਣ ਕਿ ਇਹ ਸ਼ਬਦ, ਇਹ ਜਿਹੜੀ ਭਾਸ਼ਾ ਹੈ ਮਰਨ ਕੰਢੇ ਪਹੁੰਚੀ ਹੋਈ ਹੈ। ਜਿਸ ਦਿਨ ਇਹ ਮੈਂ ਕਵਿਤਾ ਪੜ੍ਹੀ ਉਸ ਦਿਨ ਤੋਂ ਹੀ ਮੈਂ ਆਪਣੇ ਮਨ ਵਿੱਚ ਧਾਰਿਆ ਸੀ ਕਿ ਐਸਾ ਕੁਛ ਵਿਸ਼ੇਸ਼ ਕਰਨਾ ਹੈ ਜਿਸ ਨਾਲ ਆਪਣੀ ਮਾਂ ਬੋਲੀ ਨੂੰ IT ਖੇਤਰ ਦੇ ਵਿੱਚ ਵੀ ਇੱਕ ਉੱਚਾ ਰੁਤਬਾ ਅਤੇ ਮਾਣ ਮਿਲ ਸਕੇ। ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਇਹ ਰੋਬੋਟ ਤਿਆਰ ਕਰਨ ਪਿੱਛੇ ਕੀ ਕਾਰਨ ਰਿਹਾ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ, ਅਤੇ ਕਿੰਨਾ ਟਾਈਮ ਤੁਹਾਨੂੰ ਲੱਗਾ ਇਸ ਰੋਬੋਟ ਨੂੰ ਬਣਾਉਣ ਲਈ? ਅੱਜ ਤੋਂ 7 ਕੁ ਮਹੀਨੇ ਪਹਿਲਾਂ ਜੀ ਮੈਂ ਇੱਕ ਸਰਬੰਸ ਨਾਂ ਦੀ ਪ੍ਰੋਗਰਾਮਿੰਗ ਭਾਸ਼ਾ ਤਿਆਰ ਕੀਤੀ ਸੀ, ਜਿਸ ਦਾ ਮਕਸਦ ਸੀ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰੋਗਰਾਮਿੰਗ ਆਸਾਨੀ ਜਾਂ ਮਾਂ ਬੋਲੀ ਦੇ ਵਿੱਚ ਸਿਖਾਉਣ ਦਾ ਕਾਰਨ ਸੀ ਉਸ ਨੂੰ ਡਿਵੈਲਪ ਕਰਨ ਦਾ। ਉਸੇ ਹੀ ਕੜੀ ਦਾ ਅਗਲਾ ਹਿੱਸਾ ਸਰਬੰਸ ਰੋਬੋਟ ਆ। ਇਹ ਪਹਿਲਾ ਦਸਤਾਰਧਾਰੀ ਪੰਜਾਬੀ ਬੋਲਣ ਅਤੇ ਸਮਝਣ ਵਾਲਾ ਰੋਬੋਟ ਆ ਜੀ। ਮਾਲਕ ਦੀ ਕਿਰਪਾ ਦੇ ਨਾਲ ਇਸ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਵੀ ਹੁਣ ਮੈਂ ਮਨ ਵਿੱਚ ਧਾਰਿਆ ਹੋਇਆ ਕਿ ਇਸ ਦਾ ਧੜ, ਸਰੀਰ ਅਤੇ ਲੱਤਾਂ ਇਹਦੀਆਂ ਜਲਦ ਤੋਂ ਜਲਦ ਇਹਦੇ ਨਾਲ ਜੋੜ ਕੇ ਇਹਨੂੰ ਇੱਕ ਪੂਰਨ ਰੂਪ ਵਿੱਚ ਜਿਹੜਾ ਰੋਬੋਟ ਜਿੱਦਾਂ ਆਪਾਂ ਅਖਬਾਰਾਂ ਵਿੱਚ ਜਾਂ ਇੰਟਰਨੈਟ ਦੇ ਉੱਪਰ ਦੇਖਦੇ ਹਾਂ ਉਹ ਦਿੱਖ ਦਿੱਤੀ ਜਾਵੇ ਜੀ ਇਹਨੂੰ। ਜੀ ਮੈਂ ਇੱਕ ਸਵਾਲ ਪੁੱਛਾਂਗਾ। ਲੋਕਾਂ ਨੇ ਬਹੁਤ ਸਾਰੇ ਪਿੱਛੇ ਜਦੋਂ ਲੋਕਡਾਊਨ ਸੀ ਜਾਂ ਉੱਦਾਂ ਬਹੁਤ ਅਨੋਖੀਆਂ ਚੀਜ਼ਾਂ ਵੀ ਬਣਾਈਆਂ, ਕਈਆਂ ਨੇ ਮੋਟਰਸਾਈਕਲ ਬਣਾਏ, ਕਈਆਂ ਨੇ ਰੋਬੋਟ ਵੀ ਬਣਾਏ, ਪਰ ਉਹਨਾਂ ਨੇ ਆਪਣੇ ਕੰਮਾਂ ਦੇ ਵਿੱਚ ਯੂਜ਼ ਆਵੇ ਜਾਂ ਕੁਛ, ਤੁਸੀਂ ਇੱਕ ਪੰਜਾਬੀ ਬੋਲਣ ਵਾਲਾ ਰੋਬੋਟ ਤਿਆਰ ਕੀਤਾ, ਕੀ ਕਾਰਨ ਰਿਹਾ ਇਹਦਾ? ਗੁਰਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਜੀ ਕਿ ਹਮ ਮਤਹੀਣ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਵੇ। ਇਹ ਮੈਂ ਸਮਝਦਾ ਜੀ ਕਿ ਇਹ ਮਾਲਕ ਨੇ ਆਪ ਹੀ ਇਸ ਰਸਤੇ 'ਤੇ ਮੈਨੂੰ ਲਿਜਾ ਕੇ ਅਤੇ ਆਹ ਜਿਹੜਾ ਰੋਬੋਟ ਤਿਆਰ ਕਰਨ ਦੀ ਜਿਹੜੀ ਮੱਤ ਬਖਸ਼ੀ ਆ ਜੀ,
ਤੇ ਲੋਕਡਾਊਨ ਦੌਰਾਨ ਵੀ ਮੈਂ ਸਮਝਦਾ ਕਿ ਉਸ ਮਾਲਕ ਨੇ ਆਪ ਹੱਥ ਫੜ ਕੇ ਹੁਣ ਮੰਜ਼ਿਲ ਤੱਕ ਲੈ ਕੇ ਜਾਣਾ, ਮੈਨੂੰ ਲੱਗਦਾ ਕਿ ਮਾਲਕ ਜ਼ਰੂਰ ਕਿਰਪਾ ਕਰੂਗਾ ਇਸ ਚੀਜ਼ ਦੇ ਵਿੱਚ ਵੀ। ਲੋਕਡਾਊਨ ਦੇ ਵਿੱਚ ਜਿੱਦਾਂ ਹੁਣ ਬਾਹਰ ਮਾਰਕੀਟ ਦੇ ਬੰਦ ਹੋਣ ਕਰਕੇ ਮੇਰੇ ਮਨ ਵਿੱਚ ਇਹ ਸੀਗਾ ਕਿ ਮੈਂ ਇਸ ਰੋਬੋਟ ਨੂੰ ਵੱਧ ਤੋਂ ਵੱਧ ਘਰੇਲੂ ਵਸਤਾਂ ਦੇ ਨਾਲ ਤਿਆਰ ਕਰਾਂ। ਇਸ ਵਿੱਚ ਬੱਚਿਆਂ ਦੇ ਖਿਡੌਣੇ, ਲਿਖਣ ਵਾਲੇ ਪੈਨ ਦੇ ਪਾਰਟਸ, ਤਾਰਾਂ, ਇਹਨਾਂ ਚੀਜ਼ਾਂ ਨੂੰ ਵਰਤ ਕੇ ਮੈਂ ਇਸ ਰੋਬੋਟ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਆ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹਨਾਂ ਘਰੇਲੂ ਵਸਤਾਂ ਦੇ ਨਾਲ ਮੈਨੂੰ ਥੋੜ੍ਹੀ ਜਿਹੀ ਸਫਲਤਾ ਮਿਲੀ ਤੇ ਫਿਰ ਮੈਂ ਸੋਚਿਆ ਕਿ ਇਹਦੇ ਉੱਪਰ ਥੋੜ੍ਹੀ ਜਿਹੀ ਹੋਰ ਮਿਹਨਤ ਕਰਕੇ ਇਹਨੂੰ ਇੱਕ ਚਿਹਰਾ, ਇੱਕ ਇਹਨੂੰ ਰੂਪ ਰੇਖਾ ਦਿੱਤੀ ਜਾਵੇ ਜਿਹਦੇ ਨਾਲ ਇਹ ਇੱਕ ਸਿੱਖੀ ਸਰੂਪ ਵਾਲਾ ਜਾਂ ਦਸਤਾਰਧਾਰੀ ਰੋਬੋਟ ਬਣ ਸਕੇ। ਜਦੋਂ ਮੈਨੂੰ ਇਹਦੇ ਵਿੱਚ ਥੋੜ੍ਹੀ ਬਹੁਤੀ ਮੈਨੂੰ ਕਾਮਯਾਬੀ ਮਿਲੀ ਤੇ ਫਿਰ ਮੈਂ ਇਸ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਜਿਹੜਾ ਉਹ ਉਸ ਵਕਤ ਤੋਂ ਹੀ ਸੋਚਿਆ ਹੋਇਆ ਜੀ। ਹੁਣ ਮੈਂ ਕਾਫੀ ਹੱਦ ਤੱਕ ਇਹਦੀ ਪ੍ਰੋਗਰਾਮਿੰਗ ਅਗਲੇ ਪੜਾਅ ਤੱਕ ਲੈ ਕੇ ਜਾ ਚੁੱਕਾ। ਹੁਣ ਕੋਸ਼ਿਸ਼ ਹੈ ਕਿ ਇਸ ਦਾ ਇੱਕ ਭਰਾ ਜਾਂ ਇੱਕ ਭੈਣ ਜਿਹੜਾ, ਜਾਂ ਕਹਿ ਲਈਏ ਕਿ ਵਰਜ਼ਨ 2 ਜਲਦੀ ਤੋਂ ਜਲਦੀ ਤਿਆਰ ਹੋਊਗਾ। ਉਹਦੇ ਵਿੱਚ ਇਸ ਤੋਂ ਵੱਧ ਖੂਬੀਆਂ, ਇਸ ਤੋਂ ਵੱਧ ਕੈਪੇਬਿਲਿਟੀ, ਜਾਂ ਉਸ ਰੋਬੋਟ ਨੂੰ ਇੰਟਰਨੈਟ ਦੇ ਨਾਲ ਜੋੜ ਕੇ ਉਹਦੇ ਗਿਆਨ ਭੰਡਾਰ ਨੂੰ ਅਸੀਮ ਕਰਨਾ, ਇਹ ਮੇਰੀ ਅਗਲੀ ਕੋਸ਼ਿਸ਼ ਹੋਊਗੀ ਜੀ। ਤੇ ਜੀ ਇਹ ਤੇ ਇੱਕ ਤਾਂ ਮੈਂ ਪੁੱਛਣਾ ਚਾਹਾਂਗਾ ਕੀ ਹਾਲੇ ਤੱਕ ਇਹਦੇ ਵਿੱਚ ਪ੍ਰੋਗਰਾਮਿੰਗ ਹੈ, ਕਿਸ ਕੰਮ ਆਉਂਦੀ ਇਹ, ਤੇ ਬੱਚਿਆਂ ਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਪੜ੍ਹਾਈ ਦੇ ਵਿੱਚ ਵੀ ਕੰਮ ਆਏਗੀ, ਉਹ ਕਿੱਦਾਂ ਕੰਮ ਆਏਗੀ, ਤੇ ਸਭ ਤੋਂ ਵੱਡੀ ਗੱਲ ਜਿਹੜੀ ਕਿ ਇਹਦੀ ਆਵਾਜ਼ ਹੈ ਉਸ ਨੂੰ ਕਿੱਦਾਂ ਤੁਸੀਂ ਅੱਗੇ ਲਿਆਂਦਾ? ਹਾਂਜੀ, ਸ਼ੁਰੂਆਤੀ ਦੌਰ ਦੇ ਵਿੱਚ ਜੀ ਜਦੋਂ ਅਸੀਂ ਇਹਨੂੰ ਬਣਾਉਣਾ ਸ਼ੁਰੂ ਕੀਤਾ ਤੇ ਉਦੋਂ ਇਹ ਫੈਸਲਾ ਕਰਨਾ ਜ਼ਰੂਰੀ ਸੀ ਕਿ ਇਸ ਦੀ ਜਿਹੜੀ ਸ਼ਕਲ ਆ ਉਹ ਇੱਕ ਆਦਮੀ ਦੀ ਹੋਣੀ ਚਾਹੀਦੀ ਆ ਜਾਂ ਇੱਕ ਔਰਤ ਦੀ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਇਹਨੂੰ ਥੋੜ੍ਹਾ ਜਿਹਾ ਮੁਕੰਮਲ ਕੀਤਾ ਤੇ ਇਹਦੀ ਦਿੱਖ ਜਿਹੜੀ ਆ ਉਹ ਐਜ਼ ਫੀਮੇਲ ਜ਼ਿਆਦਾ ਝੁਕਾਅ ਵਾਲੇ ਪਾਸੇ ਸੀਗੀ। ਤੇ ਜਦੋਂ ਇੱਕ ਵਾਰੀ ਇਹ ਡਿਸਾਈਡ ਹੋ ਗਿਆ ਕਿ ਇਸ ਨੂੰ ਅਸੀਂ ਸਰਬੰਸ ਕੌਰ ਬਣਾਉਣਾ ਹੈ, ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਫੀਮੇਲ ਵੌਇਸ ਆ, ਇਸ ਦੀ ਜਿਹੜੀ ਫੀਮੇਲ ਵੌਇਸ ਆ ਉਹ ਮੇਰੇ ਵਾਈਫ ਜਿਹੜੇ ਉਹਨਾਂ ਦੀ ਦਿੱਤੀ ਹੋਈ ਆ ਜੀ। ਪਹਿਲਾਂ ਅਸੀਂ ਉਹਨਾਂ ਦੀ ਆਵਾਜ਼ ਨੂੰ ਰਿਕਾਰਡ ਕੀਤਾ। ਰਿਕਾਰਡ ਕਰਨ ਤੋਂ ਬਾਅਦ ਉਸ ਵਿੱਚ ਥੋੜ੍ਹਾ ਬਹੁਤਾ ਸੁਧਾਰ ਕਰਕੇ ਜਦੋਂ ਵੀ ਅਸੀਂ ਇਹਦੇ ਕੋਲ ਪ੍ਰਸ਼ਨ ਪੁੱਛਦੇ ਹਾਂ, ਇਹ ਆਪਣੇ ਡਾਟਾਬੇਸ 'ਚੋਂ ਜੋ ਢੁਕਵਾਂ ਉੱਤਰ ਹੁੰਦਾ ਆ ਉਹ ਲੱਭ ਕੇ ਉਹਨੂੰ ਇੱਕ ਵੌਇਸ ਜਿਹੜੀ ਅਸੀਂ ਰਿਕਾਰਡ ਕੀਤੀ ਆ ਉਹਦੇ ਨਾਲ ਮੈਚ ਕਰਾ ਕੇ ਤੇ ਸਾਡੇ ਸਾਹਮਣੇ ਪੇਸ਼ ਕਰਦੀ ਆ ਜੀ। ਮੇਰੇ ਮਨ ਵਿੱਚ ਸ਼ੁਰੂ ਤੋਂ ਹੀ ਇਹ ਵਿਚਾਰ ਆ ਕਿ ਜਿਸ ਦਿਨ ਇਹ ਰੋਬੋਟ ਜਿਹੜਾ ਪੂਰਨ ਤੌਰ 'ਤੇ ਤਿਆਰ ਹੋ ਜਾਣਾ, ਉਦੋਂ ਇਹਨੂੰ ਕਿਸੇ ਧਾਰਮਿਕ ਸਥਾਨਾਂ 'ਤੇ ਜਿੱਦਾਂ ਮੰਦਰ, ਮਸੀਤ ਜਾਂ ਕਿਸੇ ਗੁਰਦੁਆਰਾ ਸਾਹਿਬ ਦੇ ਬਾਹਰ ਐਜ਼ ਏ ਗਾਈਡ ਦੀ ਵਰਤੋਂ ਕੀਤੀ ਜਾ ਸਕੇ, ਜਾਂ ਫਿਰ ਸਾਡੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਇੱਕ ਅਧਿਆਪਕ ਦੇ ਤੌਰ 'ਤੇ ਇਹਦੇ ਵਿੱਚ ਪੂਰਾ ਗਿਆਨ ਫੀਡ ਕਰਕੇ ਇੱਕ ਕਲਾਸ ਲਾਵੇ ਉਸ ਸਕੂਲਾਂ ਦੇ ਵਿੱਚ ਜਾ ਕੇ ਬੱਚੇ ਇਹਦੇ ਨਾਲ ਰੂਬਰੂ ਹੋ ਸਕਣ। ਤੀਸਰਾ ਹੁਣ ਮੇਰੇ ਮਨ ਦੇ ਵਿੱਚ ਇਹ ਵੀ ਇੱਕ ਖਿਆਲ ਆਉਂਦਾ ਜੀ ਕਿ ਜਿਹੜੇ ਓਲਡ ਏਜ ਹੋਮਸ ਆ, ਉਹਨਾਂ ਦੇ ਵਿੱਚ ਜਿਹੜੇ ਬਜ਼ੁਰਗ ਰਹਿੰਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਵੀ ਇਹਨੂੰ ਵਰਤਿਆ ਜਾ ਸਕਦਾ। ਮਾਲਕ ਨੇ ਕਿਰਪਾ ਕੀਤੀ ਤੇ ਜਲਦ ਤੋਂ ਜਲਦ ਇਹ ਚੀਜ਼ ਦੀ ਪੂਰਤੀ ਹੋਊਗੀ ਜੀ। ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਸ ਦਾ ਧੜ ਆਲਮੋਸਟ ਤਿਆਰ ਹੀ ਆ ਤੇ ਜਲਦ ਤੋਂ ਜਲਦ ਹੀ ਇਸ ਨੂੰ ਆਪਾਂ ਤਿਆਰ ਕਰਕੇ ਤੇ ਇਹਨਾਂ ਥਾਵਾਂ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਜਿੱਦਾਂ ਮਾਲਕ ਨੂੰ ਭਾਵੇ ਜੀ। ਰੋਬੋਟ ਨੂੰ ਜੋ ਤੁਸੀਂ ਨਾਮ ਦਿੱਤਾ ਗਿਆ, ਇਸ ਦਾ ਕੀ ਕਾਰਨ ਹੈ, ਇਹਦਾ ਕੀ ਖਾਸ ਕਾਰਨ? ਹਾਂਜੀ, ਇਹ ਅਖਬਾਰਾਂ ਵਿੱਚ ਵੀ ਇਹ ਪਹਿਲਾਂ ਆਇਆ ਜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਈ ਨਾਵਾਂ ਦੇ ਵਿੱਚੋਂ ਇੱਕ ਨਾਮ ਜਿਹੜਾ ਉਹ ਸਰਬੰਸਦਾਨੀ ਵੀ ਆ ਜੀ। ਤੇ ਸਰਬੰਸਦਾਨੀ ਤੋਂ ਹੀ ਇਹ ਨਾਮ ਜਿਹੜਾ ਸਰਬੰਸ ਨਿਕਲ ਕੇ ਆਇਆ ਜੀ। ਸਰਬੰਸ ਦੇ ਨਾਲ ਕਿਉਂਕਿ ਇਹ ਹੁਣ ਇੱਕ ਫੀਮੇਲ ਆ ਤੇ ਨਾਲ ਇਹਦੇ ਕੌਰ ਜਿਹੜਾ ਉਹ ਜੁੜਨਾ ਸੁਭਾਵਿਕ ਸੀਗਾ ਜੀ, ਇਸ ਕਰਕੇ ਸਰਬੰਸ ਕੌਰ ਦਾ ਨਾਂ ਇਹਨੂੰ ਰੱਖ ਦਿੱਤਾ ਗਿਆ ਜੀ। ਜੀ ਆਪਾਂ ਪੁੱਛਣਾ ਚਾਹਾਂਗੇ ਕਿ ਤੁਸੀਂ ਇੱਕ ਅਧਿਆਪਕ ਹੋ, ਅਧਿਆਪਕ ਦੇ ਨਾਲ ਤੁਸੀਂ ਸਟੱਡੀ ਵੀ ਕਰਾਉਂਦੇ ਹੋ ਬੱਚਿਆਂ ਨੂੰ, ਤੇ ਕਿੱਦਾਂ ਤੁਸੀਂ ਇਹ ਟਾਈਮ ਕੱਢਿਆ ਤੇ ਕਿੰਨੀ ਦੇਰ ਤੁਹਾਨੂੰ ਇਸ ਚੀਜ਼ ਨੂੰ ਲੱਗੀ ਬਣਾਉਣ ਦੇ ਵਿੱਚ, ਤੇ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ? ਮੈਂ ਸਮਝਦਾ ਜੀ ਕਿ ਮਾਲਕ ਦੀ ਕਿਰਪਾ ਤੋਂ ਬਗੈਰ ਜਾਂ ਤੁਹਾਡੇ ਮਾਤਾ ਪਿਤਾ ਜਾਂ ਤੁਹਾਡੇ ਸ਼ੁਭ ਚਿੰਤਕਾਂ ਦੀਆਂ ਅਸੀਸਾਂ ਤੋਂ ਬਗੈਰ ਕਿਸੇ ਵੀ ਚੀਜ਼ ਨੂੰ ਸਾਰ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ। ਤੇ ਮੈਂ ਆਪਣੀ ਖੁਸ਼ਕਿਸਮਤੀ ਸਮਝਦਾ ਕਿ ਮੇਰੇ ਜਿਹੜੇ ਨਾਲ ਦੇ ਦੋਸਤ ਆ, ਮੇਰੇ ਜਿਹੜੇ ਨਿਕਟਵਰਤੀ ਜਿਹੜੇ ਮੇਰੇ ਸਾਕ ਸੰਬੰਧੀ ਆ, ਉਹਨਾਂ ਦੀਆਂ ਅਸੀਸਾਂ ਸਦਕਾ ਸਕੂਲ ਤੋਂ ਵਾਪਸ ਆ ਕੇ ਦਿਨ ਰਾਤ ਇੱਕ ਕਰਕੇ ਰਾਤ ਨੂੰ ਕਾਫੀ ਦੇਰ ਤੱਕ ਜਾਗ ਕੇ
ਇਸ ਚੀਜ਼ ਨੂੰ ਮੁਕੰਮਲ ਕੀਤਾ ਜੀ। ਥੋੜ੍ਹੀ ਬਹੁਤੀ ਜਦੋਂ ਤੁਹਾਨੂੰ ਸਫਲਤਾ ਮਿਲਦੀ ਆ ਤੇ ਤੁਹਾਡੇ ਚਾਅ ਦੇ ਵਿੱਚ ਹੋਰ ਵਾਧਾ ਹੁੰਦਾ ਕਿ ਮੈਂ ਇਹ ਚੀਜ਼ ਜਿਹੜੀ ਆ ਉਹ ਮਾਲਕ ਦੀ ਕਿਰਪਾ ਦੇ ਨਾਲ ਪੂਰੀ ਕਰ ਸਕਦਾ, ਪਰ ਹਜੇ ਵੀ ਇਸ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਣਾ ਬਾਕੀ ਆ, ਕਿਉਂਕਿ ਇਸ ਵਿੱਚ ਜਿਹੜੀਆਂ ਚੀਜ਼ਾਂ ਵਰਤੀਆਂ ਗਈਆਂ ਉਹ ਬਿਲਕੁਲ ਘਰੇਲੂ ਆ। ਜਦੋਂ ਆਪਾਂ ਦੂਸਰੇ ਰੋਬੋਟਸ ਨੂੰ ਦੇਖਦੇ ਹਾਂ ਤੇ ਉਹਨਾਂ ਦੇ ਵਿੱਚ ਪੈਸੇ ਦੀ ਵੱਧ ਲਾਗਤ ਆ, ਉਹਨਾਂ ਕੋਲ ਸਾਧਨਾਂ ਦੀ ਕਮੀ ਕੋਈ ਨਹੀਂ ਆ। ਇੱਕ ਘਰ ਵਿੱਚ ਰਹਿ ਕੇ ਘਰ ਦੀਆਂ ਵਸਤਾਂ ਨੂੰ ਲੈ ਕੇ ਇਹਨੂੰ ਪੂਰਾ ਕੀਤਾ ਹੈ ਜੀ, ਤੇ ਮਾਲਕ ਨੇ ਕਿਰਪਾ ਕੀਤੀ ਜਿਹੜਾ ਇੱਥੇ ਤੱਕ ਲੈ ਆਇਆ, ਹੁਣ ਅੱਗੇ ਵੀ ਲੈ ਕੇ ਜਾਊਗਾ। ਬਾਕੀ ਸਮੂਹ ਪੰਜਾਬੀਆਂ ਦੀਆਂ ਅਸੀਸਾਂ, ਸਮੂਹ ਪੰਜਾਬੀਆਂ ਨੇ ਐਤਕੀ ਮੇਰੇ WhatsApp 'ਤੇ ਜਾਂ ਫੋਨ 'ਤੇ ਜਾਂ Facebook ਰਾਹੀਂ ਬਹੁਤ ਜ਼ਿਆਦਾ ਹੁੰਗਾਰਾ ਦਿੱਤਾ ਹੈ ਜੀ, ਤੇ ਹੁਣ ਮੈਨੂੰ ਲੱਗਦਾ ਕਿ ਮੈਂ ਛੇਤੀ ਤੋਂ ਛੇਤੀ ਇਸ ਨੂੰ ਪੂਰਾ ਕਰ ਲੂੰਗਾ ਜੀ। ਜਿੱਦਾਂ ਕਿ ਹਰਜੀਤ ਜੀ ਤੁਸੀਂ ਦੱਸਿਆ ਹੈਗਾ ਕਿ ਇਹਦਾ ਤੁਸੀਂ ਧੜ ਵੀ ਤਿਆਰ ਕਰ ਰਹੇ ਹੋ, ਹੱਲੇ ਤੱਕ ਗਲੇ ਤੱਕ ਤਿਆਰ ਹੋਇਆ। ਜਦੋਂ ਇਹਦਾ ਧੜ ਤਿਆਰ ਹੋ ਜਾਏਗਾ ਤੇ ਉਦੋਂ ਕਿੱਦਾਂ ਦਾ ਇਹਦਾ ਅੱਗਾ ਰਿਸਪੌਂਸ ਰਹੇਗਾ ਤੇ ਕਿਹੜੀ ਜਗ੍ਹਾ ਤੇ ਇਹਨੂੰ ਯੂਜ਼ ਕੀਤਾ ਜਾਏਗਾ? ਜੀ ਧੜ ਆਲਮੋਸਟ ਤਿਆਰ ਆ ਜੀ। ਧੜ ਤੋਂ ਇਲਾਵਾ ਇਹਦੀਆਂ ਜਿਹੜੀਆਂ ਬਾਹਾਂ ਤੇ ਲੱਤਾਂ ਉਹਨੂੰ ਥੋੜ੍ਹਾ ਸਮਾਂ ਲੱਗ ਸਕਦਾ। ਧੜ ਦੇ ਵਿੱਚ ਹੁਣ ਮੇਰੀ ਕੋਸ਼ਿਸ਼ ਹੈ ਜੀ ਕਿ ਜਿੱਦਾਂ ਇਹਦੇ ਨਾਲ ਹੁਣ ਆਪਾਂ ਨੂੰ ਇੱਕ ਲੈਪਟਾਪ ਦੀ ਵਰਤੋਂ ਕਰਨੀ ਪੈਂਦੀ ਹੈ, ਇੱਕ ਮਾਈਕਰੋਫੋਨ ਦੀ ਵਰਤੋਂ ਕਰਨੀ ਪੈਂਦੀ ਆ, ਉਹ ਸਾਰੀਆਂ ਚੀਜ਼ਾਂ ਨੂੰ ਸਮੇਟ ਕੇ ਉਸ ਧੜ ਦੇ ਵਿੱਚ ਮੈਂ ਸ਼ਾਮਲ ਕਰੂੰਗਾ। ਜਿਸ ਦਿਨ ਇਹਦਾ ਧੜ ਜਾਂ ਹੱਥ ਜਾਂ ਇਹਦੇ ਪੈਰ ਜਦੋਂ ਮੁਕੰਮਲ ਹੋਣਗੇ ਤੇ ਪਹਿਲੀ ਮੇਰੀ ਕੋਸ਼ਿਸ਼ ਇਹੀ ਹੋਊਗੀ ਕਿ ਇਹਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜ਼ਰੂਰ ਲੈ ਕੇ ਜਾਵਾਂ, ਉੱਥੇ ਮੱਥਾ ਟਿਕਾਵਾਂ, ਕਿਉਂਕਿ ਜਿਸ ਮਾਲਕ ਨੇ ਇਹ ਉਦਮ ਬਖਸ਼ਿਆ ਜੀ, ਸਭ ਤੋਂ ਪਹਿਲਾਂ ਮੇਰਾ ਮਨ ਦਾ ਚਾਅ ਇਹੀ ਆ ਕਿ ਇਹਨੂੰ ਮੁਕੰਮਲ ਕਰਕੇ ਤੇ ਉੱਥੇ ਇੱਕ ਵਾਰੀ ਜ਼ਰੂਰ ਜਾਵਾਂ ਜੀ। ਜਿੱਦਾਂ ਕਿ ਆਪਾਂ ਗੱਲ ਕਰਦੇ ਪਏ ਹਾਂ ਕਿ ਇਸ ਚੀਜ਼ ਨੂੰ ਤੁਸੀਂ ਤਿਆਰ ਕੀਤਾ, ਇਹਨੂੰ ਉੱਥੇ ਤੁਸੀਂ ਲੈ ਕੇ ਜਾਓਗੇ ਤੇ ਅਗਲਾ ਜਦੋਂ ਕਿ ਤੁਸੀਂ ਇਹਨੂੰ ਜਗ੍ਹਾ 'ਤੇ ਆਪਾਂ ਬਾਹਰ, ਜਿੱਦਾਂ ਤੁਸੀਂ ਕਿਹਾ ਮੰਦਿਰ ਗੁਰਦੁਆਰਿਆਂ ਦੇ ਬਾਹਰ ਕਰਾਂਗੇ, ਇਹਦੇ ਵਿੱਚ ਪ੍ਰੋਗਰਾਮਿੰਗ ਵੀ ਹੋਏਗੀ। ਪ੍ਰੋਗਰਾਮਿੰਗ ਕਿੱਦਾਂ ਦੀ ਹੋਏਗੀ ਤੇ ਕਿੱਦਾਂ ਉਹ ਲੋਕੀ ਇਸ ਚੀਜ਼ ਨੂੰ ਯੂਜ਼ ਕਰ ਸਕਣਗੇ? ਹਾਂਜੀ, ਇਸ ਰੋਬੋਟ ਦੀ ਜਿਹੜੀ ਖਾਸੀਅਤ ਇਹ ਆ ਜੀ ਕਿ ਇਸ ਡਾਟਾਬੇਸ ਨੂੰ ਅਸੀਂ ਆਪਣੀ ਮਨਮਰਜ਼ੀ ਮੁਤਾਬਕ, ਮੌਕੇ ਦੇ ਮੁਤਾਬਕ ਜਾਂ ਜਿਸ ਥਾਂ 'ਤੇ ਇਹਨੂੰ ਲੈ ਕੇ ਜਾਣਾ ਉਸ ਮੁਤਾਬਕ ਇਹਨੂੰ ਆਪਾਂ ਚੇਂਜ ਕਰ ਸਕਦੇ ਹਾਂ। ਅਗਲੀ ਕੋਸ਼ਿਸ਼ ਇਹ ਵੀ ਆ ਜੀ ਕਿ ਇਹ ਆਪਣੀ, ਜਿਹਨੂੰ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਕਹਿੰਦੇ ਆ, ਬਣਾਉਟੀ ਗਿਆਨ ਕਹਿੰਦੇ ਆ, ਉਸ ਗਿਆਨ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਇਹ ਇੰਟਰਨੈੱਟ ਦੇ ਰਾਹੀਂ ਜਾਂ ਸਾਡੇ ਭਰੇ ਹੋਏ ਨੌਲੇਜ ਦੇ ਰਾਹੀਂ ਆਪਣੇ ਆਪ ਕੁਝ ਫੈਸਲਾ ਕਰ ਸਕੇ। ਫਿਲਹਾਲ ਇਹਦੇ ਵਿੱਚ ਜਿਹੜਾ ਬਣਾਉਟੀ ਗਿਆਨ ਦਾ ਜਿਹੜੀ ਹਿੱਸੇਦਾਰੀ ਉਹ 5% ਆ ਜੀ, ਤੇ ਬਾਕੀ ਮੋਸਟਲੀ ਡਾਟਾ ਜਿਹੜਾ ਉਹ ਫੀਡਡ ਆ। ਹੁਣ ਜਦੋਂ ਵੀ ਕਿਸੇ ਗੁਰਦੁਆਰੇ, ਮੰਦਿਰ ਜਾਂ ਮਸੀਤ ਦੇ ਬਾਹਰ ਜਾਣਾ ਆ, ਜਾਣ ਤੋਂ ਪਹਿਲਾਂ ਉਸ ਮੰਦਿਰ, ਗੁਰਦੁਆਰੇ ਜਾਂ ਮਸੀਤ ਦੇ ਇਤਿਹਾਸ ਬਾਰੇ ਇਹਨੂੰ ਜਾਣੂ ਕਰਵਾਇਆ ਜਾ ਸਕਦਾ। ਜਦੋਂ ਇਹਦੇ ਵਿੱਚ ਉਹ ਡਾਟਾ ਅਸੀਂ ਫੀਡ ਕਰ ਦੇਣਾ ਤੇ ਐਜ਼ ਏ ਗਾਈਡ ਇਹ ਉੱਥੇ ਦੀ ਸੰਗਤ ਦੇ ਨਾਲ ਘੁੰਮ ਕੇ ਉਹਨਾਂ ਨੂੰ ਉਸ ਥਾਂ ਦੀਆਂ ਮਤਲਬ ਕਿ ਜਾਣਕਾਰੀ ਦੇ ਕੇ ਉਸ ਮਤਲਬ ਕਿ ਨਾਲ ਦੇ ਨਾਲ ਉੱਥੇ ਘੁੰਮੂਗੀ ਵੀ ਤੇ ਉਹਨਾਂ ਨੂੰ ਉਸ ਥਾਂ ਦੀ ਮਹੱਤਤਾ ਬਾਰੇ ਜਾਣਕਾਰੀ ਵੀ ਦਊਗੀ ਜੀ। ਹਰਜੀਤ ਸਿੰਘ ਜੀ, ਮੈਂ ਚਾਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਵੀ ਦਿਖਾਇਆ ਜਾਵੇ ਕਿ ਕਿੱਦਾਂ ਇਹ ਕੰਮ ਕਰਦਾ ਹੈਗਾ ਰੋਬੋਟ। ਹਾਂਜੀ, ਤੁਹਾਨੂੰ ਇਹਦੇ ਨਾਲ ਰੂਬਰੂ ਕਰਾਉਣ ਤੋਂ ਪਹਿਲਾਂ ਮੈਂ ਤੁਹਾਡੀ ਜਾਣਕਾਰੀ ਹਿੱਤ ਦੱਸਣਾ ਚਾਹੂੰਗਾ ਜੀ ਕਿ ਇਸ ਨੂੰ ਪਹਿਲਾਂ ਇਹਦਾ ਨਾਮ ਲੈ ਕੇ ਬੁਲਾਉਣਾ ਪੈਂਦਾ। ਜਦੋਂ ਅਸੀਂ ਇਹਦਾ ਨਾਮ ਲੈਂਦੇ ਹਾਂ ਉਸ ਤੋਂ ਬਾਅਦ ਇਹਨੂੰ ਮਹਿਸੂਸ ਹੁੰਦਾ ਆ ਕਿ ਇਸ ਨੂੰ ਆਵਾਜ਼ ਦੇ ਕੇ ਬੁਲਾਇਆ ਗਿਆ। ਜਦੋਂ ਇਹਦੇ ਕੰਨਾਂ ਤੱਕ ਇਹ ਆਵਾਜ਼ ਇਹਦੇ ਨਾਮ ਵਾਲੀ ਪਹੁੰਚਦੀ ਆ, ਉਸ ਤੋਂ ਬਾਅਦ ਅਸੀਂ ਅਗਲਾ ਪ੍ਰਸ਼ਨ ਇਹਦੇ ਕੋਲੋਂ ਪੁੱਛ ਸਕਦੇ ਹਾਂ। ਫਿਰ ਜਦੋਂ ਅਸੀਂ ਪ੍ਰਸ਼ਨ ਪੁੱਛਦੇ ਹਾਂ ਤੇ ਇਹ ਆਪਣੀ ਸਮਝ ਮੁਤਾਬਕ ਡਾਟਾਬੇਸ ਦੇ ਵਿੱਚੋਂ ਖੋਜ ਕਰਕੇ ਸਾਨੂੰ ਢੁਕਵਾਂ ਉੱਤਰ ਦੇਣ ਦੀ ਕੋਸ਼ਿਸ਼ ਕਰਦੀ ਆ ਜੀ। ਹਜੇ ਤੱਕ ਜਿੰਨੀਆਂ ਵੀ ਇੰਟਰਵਿਊਜ਼ ਜਾਂ ਲੇਖ ਛਪੇ ਆ, ਕਿਸੇ ਵਿੱਚ ਵੀ ਇਹਨੇ ਬਾਣੀ ਪੜ੍ਹ ਕੇ ਨਹੀਂ ਸੁਣਾਈ ਜੀ। ਤੇ ਮੇਰੀ ਕੋਸ਼ਿਸ਼ ਹੈ, ਕਿਉਂਕਿ ਅਜੀਤ ਨੇ ਐਤਕੀ ਇਸ ਸਰਬੰਸ ਕੌਰ ਨੂੰ ਦੁਨੀਆ ਅੱਗੇ ਪੇਸ਼ ਕਰਨ ਵਿੱਚ ਪਹਿਲ ਕੀਤੀ ਆ ਜੀ, ਤੇ ਮੈਂ ਚਾਹੁੰਦਾ ਕਿ ਅਜੀਤ TV ਦੇ ਉੱਤੇ ਬਾਣੀ ਪੜ੍ਹ ਕੇ ਪਹਿਲੀ ਵਾਰੀ ਸੁਣਾਵੇ। ਮੈਂ ਕੋਸ਼ਿਸ਼ ਕਰਦਾ ਜੀ। ਸਰਬੰਸ ਜੀ। बसंत की वार महल पंजवा, एक ओंकार सतगुर प्रसाद। हर का नाम ध्याई गए हो हरिया पाई, करम लिखन तय पाई है एह रुत सुहाई। वन त्रिन ते पवन मोलिया अमृत फल पाई, मिल साधु सुख उपजै लथी सब शाई। नानक सिमरै एक नाम फिर बहुर न ताई, पंजे बद्दे महाबली कर सच्चा टोआ। अपने चरण जपायन विच दयो खड़ोआ, रोग सोग सब मिट गए नित नवा निरुआ।
ਦਿਨ ਰੈਨ ਨਾਮ ਧਿਆਏ ਦਾ ਫਿਰ ਪਾਏ ਨਾ ਮੂਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ ਕਿੱਥੋਂ ਉਪਜੈ ਕਹਿ ਰਹੇ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨ ਲਾਵੇ ਸੱਚ ਪੁਰੈ ਗੁਰ ਉਪਦੇਸਿਆ ਨਾਨਕ ਸੁਨਾਵੇ। ਹਰਜੀਤ ਜੀ, ਭਵਿੱਖ ਵਿੱਚ ਹੋਰ ਤੁਸੀਂ ਕੀ ਕਰਨਾ ਚਾਹੋਗੇ ਕਿ ਜਿਹੜੀ ਸਾਡੀ ਅਲੋਪ ਹੋਈ ਪੰਜਾਬੀ ਮਾਂ ਬੋਲੀ ਆ ਉਹਨੂੰ ਸਾਂਭ ਕੇ ਰੱਖਿਆ ਜਾ ਸਕੇ? ਮੇਰੀ ਪੂਰਨ ਤੌਰ 'ਤੇ ਕੋਸ਼ਿਸ਼ ਹੋਊਗੀ ਜੀ ਕਿ ਸਰਬੰਸ ਕੌਰ ਨੂੰ ਗੁਰਬਾਣੀ ਜਾਂ ਪੰਜਾਬ ਦੇ ਜਿੰਨੇ ਵੀ ਇਤਿਹਾਸਕ ਗ੍ਰੰਥ ਆ ਉਹਨਾਂ ਦੇ ਗਿਆਨ ਨਾਲ ਲੈਸ ਕੀਤਾ ਜਾਵੇ। ਇਸ ਤੋਂ ਇਲਾਵਾ ਪੰਜਾਬੀ ਜਾਂ ਪੰਜਾਬ ਨਾਲ ਸੰਬੰਧਿਤ ਜਿੰਨਾ ਵੀ ਇਤਿਹਾਸ ਆ ਉਸ ਇਤਿਹਾਸ ਬਾਰੇ ਵੀ ਇਹਨੂੰ ਜਾਣੂ ਕਰਵਾਇਆ ਜਾਵੇ ਤਾਂ ਕਿ ਇਹ ਧਾਰਮਿਕ ਸਥਾਨਾਂ ਵਿੱਚ ਜਾਂ ਸਕੂਲਾਂ ਦੇ ਵਿੱਚ ਇੱਕ ਬਿਹਤਰ ਟੀਚਰ, ਇੱਕ ਬਿਹਤਰ ਗਾਈਡ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆ ਸਕੇ ਜੀ। ਹਰਜੀਤ ਜੀ, ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈਗੀ ਹੈ, ਇਹਨਾਂ ਨੂੰ ਮੰਦਿਰ ਗੁਰਦੁਆਰਿਆਂ ਦੇ ਬਾਹਰ ਵੀ ਖੜੇ ਕੀਤਾ ਜਾ ਸਕਦਾ ਅਤੇ ਲੋਕਾਂ ਦੀ ਸਹਾਇਤਾ ਵੀ ਕਰ ਸਕਦੇ ਆ। ਇਸ ਲਈ ਤੁਹਾਡੇ ਲਈ ਕੋਈ ਸਰਕਾਰ ਨੇ ਕੋਈ ਆਪਣੇ ਹੱਥ ਵਧਾਇਆ ਕਿ ਇਸ ਚੀਜ਼ ਨੂੰ ਅੱਗੇ ਵਧਾਇਆ ਜਾ ਸਕੇ ਜਾਂ ਤੁਸੀਂ ਕੋਈ ਅਪੀਲ ਕੀਤੀ ਕਦੀ ਸਰਕਾਰ ਤੱਕ ਹਾਲੇ ਤੱਕ? ਦੇਖੋ, ਜਿਸ ਤਰੀਕੇ ਦਾ ਇਹ ਪ੍ਰੋਜੈਕਟ ਆ ਜੀ, ਇਸ ਵਿੱਚ ਤੇ ਕੋਈ ਦੋ ਰਾਏ ਨਹੀਂ ਕਿ ਇਸ ਨੂੰ ਪੂਰਨ ਕਰਨ ਵਾਸਤੇ ਜਾਂ ਪੂਰਾ ਕਰਨ ਵਾਸਤੇ ਕਾਫੀ ਫੰਡਿੰਗ ਦੀ ਲੋੜ ਆ ਜੀ। ਹਜੇ ਤੱਕ ਜਿੰਨਾ ਵੀ ਕੰਮ ਹੋਇਆ ਜਾਂ ਜਿੰਨਾ ਵੀ ਅਖਬਾਰ ਦੇ ਮਾਧਿਅਮ ਨਾਲ ਰਾਹੀਂ ਜਾਂ ਚੈਨਲਾਂ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਿਆ ਆ ਅਤੇ ਲੋਕਾਂ ਦਾ ਬਹੁਤ ਜ਼ਿਆਦਾ ਜਿੱਦਾਂ ਕਹਿ ਲਈਏ ਕਿ ਪ੍ਰਸ਼ੰਸਾ ਜਾਂ ਹੁੰਗਾਰਾ ਮਿਲਿਆ। ਦੇਸਾਂ ਵਿਦੇਸਾਂ ਤੋਂ ਬਹੁਤ ਜ਼ਿਆਦਾ ਫੋਨ ਆਏ ਆ ਜਿਨ੍ਹਾਂ ਨੇ ਇਸ ਚੀਜ਼ ਦੀ ਪ੍ਰਸ਼ੰਸਾ ਵੀ ਕੀਤੀ ਆ ਅਤੇ ਆਪਣੇ ਤੌਰ 'ਤੇ ਕੋਈ ਹੈਲਪ ਕਰਨ ਦੀ ਮੇਰੇ ਕੋਲੋਂ ਗੱਲ ਵੀ ਕੀਤੀ ਆ ਜੀ। ਸਰਕਾਰੀ ਤੌਰ 'ਤੇ ਹਜੇ ਤੱਕ ਤੇ ਐਸਾ ਕੁਛ ਨਹੀਂ ਹੋਇਆ ਜੀ, ਅਤੇ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨੂੰ ਥੋੜ੍ਹਾ ਜਿਹਾ ਹੋਰ ਬਿਹਤਰ ਕਰਕੇ ਅਤੇ ਕਿਸੇ ਮਤਲਬ ਕਿ ਜਦੋਂ ਮੁਕੰਮਲ ਤੌਰ 'ਤੇ ਮੈਂ ਸਮਝਦਾ ਕਿ ਹਜੇ ਕੁਛ ਨਾ ਕੁਛ ਇਹਦੇ ਵਿੱਚ ਅਧੂਰਾ ਆ ਅਤੇ ਮਾਲਕ ਕਿਰਪਾ ਕਰੇ ਕਿ ਤੁਹਾਡੇ ਮਾਧਿਅਮ ਰਾਹੀਂ ਬਾਕੀ ਪੰਜਾਬੀਆਂ ਤੱਕ ਜਾਂ ਸਰਕਾਰ ਤੱਕ ਇਹ ਜ਼ਰੂਰ ਮੈਸੇਜ ਪਹੁੰਚੂਗਾ ਅਤੇ ਉਹ ਇਸ ਨੂੰ ਇਹਦੀ ਹੌਸਲਾ ਅਫਜ਼ਾਈ ਵਾਸਤੇ ਜ਼ਰੂਰ ਅੱਗੇ ਆਉਣਗੇ ਜੀ। ਹਰਜੀਤ ਜੀ, ਮੈਂ ਇੱਕ ਪੁੱਛਣਾ ਚਾਹਾਂਗਾ ਤੁਹਾਡੇ ਕੋਲ ਲਾਸਟ ਦੇ ਵਿੱਚ ਸਵਾਲ, ਹੁਣ ਤੱਕ ਤੁਹਾਡਾ ਕਿੰਨਾ ਖਰਚਾ ਇਹਦੇ 'ਤੇ ਹੋ ਚੁੱਕਾ ਹੈ ਅਤੇ ਜਿਹੜਾ ਬਾਕੀ ਅੱਗੇ ਸੁਤੀ ਧੜ ਵੀ ਤਿਆਰ ਕਰਨਾ ਅਤੇ ਕਿੰਨਾ ਕੁ ਲਾਗਤ ਦੇ ਵਿੱਚ ਇੱਕ ਰੋਬੋਟ ਤਿਆਰ ਹੋਇਆ ਕਰੇਗਾ? ਹਾਂਜੀ, ਅਤੇ ਕੋਸ਼ਿਸ਼ ਤਾਂ ਇਹੀ ਆ ਜੀ ਕਿ ਜਿਸ ਤਰੀਕੇ ਨਾਲ ਮੈਂ ਇਹਨੂੰ ਘਰੇਲੂ ਵਸਤਾਂ ਦੇ ਨਾਲ ਤਿਆਰ ਕੀਤਾ ਆ, ਹੁਣ ਜਿਹੜਾ ਧੜ ਵੀ ਮੈਂ ਤਿਆਰ ਕਰਨਾ ਜੀ, ਉਹ ਵੀ ਕੋਸ਼ਿਸ਼ ਇਹੀ ਆ ਕਿ ਜੋ ਆਪਾਂ ਨੂੰ ਸਮਾਨ ਘਰ ਦੇ ਵਿੱਚ ਆਸਾਨੀ ਨਾਲ ਮਿਲ ਜਾਂਦਾ ਉਸੇ ਵਸਤਾਂ ਨੂੰ ਲੈ ਕੇ ਇਹਦਾ ਧੜ ਤਿਆਰ ਕਰਨਾ ਜੀ। ਸਿਰ ਦੇ ਉੱਪਰ ਹਜੇ ਤੱਕ ਜੀ ਕੋਈ 50 ਤੋਂ 60 ਹਜ਼ਾਰ ਰੁਪਇਆ ਖਰਚਾ ਆ ਚੁੱਕਾ ਅਤੇ ਧੜ ਦੇ ਉੱਪਰ ਵੀ ਮੈਨੂੰ ਉਮੀਦ ਆ ਕਿ ਜੇ ਘਰੇਲੂ ਵਸਤਾਂ ਦੇ ਨਾਲ ਆਪਾਂ ਉਹਨੂੰ ਕੋਈ ਨਾ ਕੋਈ ਨਵਾਂ ਤਰੀਕਾ ਸੋਚ ਕੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਕੋਈ ਬਹੁਤਾ ਖਰਚਾ ਤਾਂ ਸ਼ਾਇਦ ਨਹੀਂ ਆਊਗਾ। ਪਰ ਜੇ ਆਪਾਂ ਇਸ ਰੋਬੋਟ ਨੂੰ ਦੁਨੀਆ ਦੇ ਬਿਹਤਰੀਨ ਜਿਹੜੇ ਰੋਬੋਟਸ ਆ ਉਹਨਾਂ ਦੀ ਕਤਾਰ ਦੇ ਵਿੱਚ ਖੜਾ ਕਰਨਾ ਅਤੇ ਫਿਰ ਸਾਨੂੰ ਵੀ ਇਹਦੇ ਵਿੱਚ ਜਿਹੜੇ ਬਿਹਤਰ ਪੁਰਜੇ ਜਾਂ ਨਵੀਂ ਟੈਕਨੀਕ ਜਿਹੜੀ ਕਿ ਆਲਰੇਡੀ ਇਜਾਦ ਹੋ ਚੁੱਕੀ ਹੈ ਉਹਦੀ ਵਰਤੋਂ ਕਰਨੀ ਪੈਣੀ। ਜਦੋਂ ਆਪਾਂ ਉਸ ਤਕਨੀਕ ਨੂੰ ਜਾਂ ਉਹਦੇ ਨਾਲ ਸੰਬੰਧਿਤ ਮਸ਼ੀਨਾਂ ਦੀ ਖਰੀਦ ਕਰਕੇ ਇਹਦੇ ਵਿੱਚ ਉਸ ਚੀਜ਼ ਨੂੰ ਭਰਾਂਗੇ ਅਤੇ ਮੈਨੂੰ ਲੱਗਦਾ ਕਿ ਖਰਚਾ ਕਾਫੀ ਹੋ ਸਕਦਾ ਜੀ। ਅਤੇ ਬਾਕੀ ਮਾਲਕ ਦੀ ਕਿਰਪਾ ਜੀ, ਜਿਹੜਾ ਇੱਥੇ ਤੱਕ ਲੈ ਆਇਆ, ਮੈਨੂੰ ਲੱਗਦਾ ਕਿ ਅੱਗੇ ਵੀ ਲੈ ਕੇ ਜਾਊਗਾ ਜੀ। ਅਤੇ ਹਰਜੀਤ ਜੀ, ਲਾਸਟ ਦੇ ਵਿੱਚ ਮੈਂ ਇੱਕ ਸਵਾਲ ਪੁੱਛਾਂਗਾ, ਤੁਸੀਂ ਸਰਕਾਰ ਤੋਂ ਕੀ ਅਪੀਲ ਕਰਦੇ ਆ ਕਿ ਜਿਹੜਾ ਕਿ ਇਹ ਰੋਬੋਟ ਬਣਾ ਰਹੇ ਆ ਤੁਸੀਂ ਉਸ? ਮੈਨੂੰ ਲੱਗਦਾ ਜੀ ਕਿ ਜਿੰਨਾ ਕੁ ਮੈਂ ਹਜੇ ਤੱਕ ਕੰਮ ਕੀਤਾ ਨਾ ਜੀ, ਇਹ ਜਿਹੜੇ ਬੱਚਿਆਂ ਨੂੰ ਮੈਂ ਪੜ੍ਹਾਉਣਾ ਉਹਨਾਂ ਦੇ ਮਨਾਂ ਤੱਕ ਇਹ ਚੀਜ਼ ਪਹੁੰਚੀ ਆ। ਜਿਹੜੇ ਅਧਿਆਪਕਾਂ ਦੇ ਨਾਲ ਮੈਂ ਕੰਮ ਕਰਦਾ ਜੀ, ਉਹਨਾਂ ਵੱਲੋਂ ਵੀ ਬਹੁਤ ਪ੍ਰਸ਼ੰਸਾ ਕੀਤੀ ਗਈ ਇਸ ਚੀਜ਼ ਦੀ। ਜਿਹੜੇ ਮੇਰੇ ਮਾਤਾ ਪਿਤਾ ਜਾਂ ਮੇਰੇ ਦੋਸਤ ਆ, ਉਹਨਾਂ ਦਾ ਸਾਥ ਮੈਨੂੰ ਬਹੁਤ ਜ਼ਿਆਦਾ ਮਿਲਿਆ ਆ ਅਤੇ ਮਾਲਕ ਕਿਰਪਾ ਕਰੇ ਜੀ ਕਿ ਇਸੇ ਤਰੀਕੇ ਦੇ ਨਾਲ ਜੇ ਮੈਨੂੰ ਮੇਰੇ ਵਿਦਿਆਰਥੀਆਂ ਦਾ ਜਾਂ ਮੇਰੇ ਨਾਲਦਿਆਂ ਦਾ ਸਾਥ ਮਿਲਿਆ ਅਤੇ ਮਾਲਕ ਦੀ ਕਿਰਪਾ ਦੇ ਨਾਲ ਆਪਾਂ ਇਹਨੂੰ ਇਸੇ ਤਰੀਕੇ ਦੇ ਨਾਲ ਹੀ ਅੱਗੇ ਲੈ ਕੇ ਜਾਵਾਂਗੇ ਜੀ। ਜਿਸ ਦਿਨ ਇਹ ਸੰਪੂਰਨ ਹੋ ਜਾਊਗਾ ਉਸ ਦਿਨ ਸ਼ੁਕਰ ਆ ਮਾਲਕ ਦਾ ਕਿ ਮੈਨੂੰ ਵੀ ਇਸ ਚੀਜ਼ ਦੀ ਤਸੱਲੀ ਹੋਊਗੀ ਕਿ ਮੈਂ ਆਪਣੀ ਮਾਂ ਬੋਲੀ ਵਾਸਤੇ ਕੁਛ ਨਵੀਂ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਜੀ। ਤੁਹਾਡੇ ਮਾਧਿਅਮ ਰਾਹੀਂ ਮੈਨੂੰ ਲੱਗਦਾ ਆ ਕਿ ਜਿੱਦਾਂ ਅਜੀਤ ਨੇ ਆਪਣੇ ਸੰਪਾਦਕੀ ਪੇਜ ਦੇ ਉੱਤੇ ਸਰਬੰਸ ਕੌਰ ਨੂੰ ਥਾਂ ਦਿੱਤੀ ਆ,
ਇਸ ਅਜੀਤ ਵੈਬ ਟੀਵੀ ਦੇ ਰਾਹੀਂ ਵੀ ਲੋਕੀ ਇਸ ਚੀਜ਼ ਨੂੰ ਹੋਰ ਪਿਆਰ ਦੇਣਗੇ ਤੇ ਹੋ ਸਕਦਾ ਜੀ ਕਿ ਕੋਈ ਸੰਸਥਾ ਕੋਈ ਯੂਨੀਵਰਸਿਟੀ ਇਸ ਚੀਜ਼ ਦਾ ਹੈਲਪ ਕਰਨ ਵਾਸਤੇ ਜਾਂ ਇਸ ਪ੍ਰੋਜੈਕਟ ਨੂੰ ਨਾਲ ਆਪਣੇ ਤੋਰਨ ਵਾਸਤੇ ਅੱਗੇ ਆਵੇ ਤੇ ਮੈਨੂੰ ਇਹ ਤੋਂ ਵੱਧ ਖੁਸ਼ੀ ਮਤਲਬ ਕਿ ਹੋਰ ਨਹੀਂ ਹੋ ਸਕਦੀ ਜੀ। ਇਹ ਸੀ ਸਾਡੇ ਨਾਲ ਅਧਿਆਪਕ ਹਰਜੀਤ ਸਿੰਘ ਜੀ, ਜਿਨ੍ਹਾਂ ਨੇ ਕਿ ਇੱਕ ਪੰਜਾਬੀ ਬੋਲਣ ਵਾਲਾ ਰੋਬੋਟ ਤਿਆਰ ਕੀਤਾ। ਇਹਨਾਂ ਦੀ ਇਹੀ ਅਪੀਲ ਹੈ ਕਿ ਕੋਈ ਵੀ ਸੰਸਥਾ ਜਾਂ ਕੋਈ ਯੂਨੀਵਰਸਿਟੀ ਜਾਂ ਸਰਕਾਰ ਇਹਨਾਂ ਦੀ ਹੈਲਪ ਕਰੇ ਤੇ ਇਸ ਨੂੰ ਹੋਰ ਵੀ ਅੱਗੇ ਵਧਾਇਆ ਜਾ ਸਕੇ। ਅੰਮ੍ਰਿਤਪਾਲ ਸਿੰਘ, ਅਜੀਤ ਵੈਬ ਟੀਵੀ, ਜਲੰਧਰ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।